ਹੈਲੋ। ਹੈਲੋ। ਹਾਂਜੀ, ਨਮਸਕਾਰ ਜੀ। ਨਮਸਤੇ ਜੀ। ਐਕਚੁਅਲੀ ਮੈਂ ਨਾ ਤੁਹਾਡੀ YouTube ਤੇ ਵੀਡੀਓ ਦੇਖੀ ਸੀ ਹੈਲਥ ਇੰਸ਼ੋਰੈਂਸ ਦੇ ਰਿਗਾਰਡਿੰਗ, ਓਕੇ। ਤੇ ਉਹਦੇ ਬਾਰੇ ਮੈਂ ਕੁਝ ਨੌਲੇਜ ਲੈਣੀ ਸੀ। ਮੇਰੇ ਕੋਲ ਵੀ ਹੈਲਥ ਇੰਸ਼ੋਰੈਂਸ ਹੈਗੀ ਆ ਆਪਣੀ, ਓਕੇ। ਤੇ ਤੁਹਾਡੇ ਹੀ ਐਡਵਾਈਜ਼ਰ ਤੋਂ ਕਰਵਾਈ ਹੋਈ ਹੈ। ਠੀਕ ਹੈ ਸਰ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ। ਐਕਚੁਅਲੀ ਮੈਂ ਇਹ ਪੁੱਛਣਾ ਸੀ ਕਿ ਉਹਦੇ ਵਿੱਚ ਕੋਵਿਡ ਕਵਰਡ ਹੈ ਨਾ? ਓਕੇ, ਤੁਹਾਡੇ ਕੋਲ ਜਿਹੜੀ ਪਾਲਿਸੀ ਹੈ ਉਹ ਹੈਲਥ ਇੰਸ਼ੋਰੈਂਸ ਹੈ ਜੀ, ਪ੍ਰੋਪਰ ਜਿਹਨੂੰ ਆਪਾਂ ਕਹਿੰਦੇ ਆ ਜੀ। ਹਾਂਜੀ, ਪ੍ਰੋਪਰ ਹੈਲਥ ਇੰਸ਼ੋਰੈਂਸ ਹੈ, ਬੜੀ ਪੁਰਾਣੀ ਚੱਲ ਰਹੀ 2011 ਦੀ। ਬਿਲਕੁਲ ਠੀਕ ਹੈ। ਬਿਲਕੁਲ ਸਰ, ਹਾਂਜੀ ਜਿਹੜੀ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ ਦੀ ਪਾਲਿਸੀ ਹੈ, ਮਾਰਕੀਟ 'ਚ ਸਟੈਂਡ ਜੀ। ਅਲੋਨ ਇੰਸ਼ੋਰੈਂਸ ਕਾਫੀ ਨੇ, ਜਿਨ੍ਹਾਂ ਹਾਂਜੀ ਵਿੱਚੋਂ ਸਟਾਰ ਹੈਲਥ ਇੰਸ਼ੋਰੈਂਸ, ਠੀਕ ਹੈ ਜੀ, ਹਾਂ, ਅਪੋਲੋ ਮਿਨਿਕ, ਮੈਕਸ ਬੂਪਾ, ਮੇਰੇ ਰੈਲੀਗੇਅਰ। ਕੋਲ, ਹਾਂਜੀ ਮੇਰੇ ਕੋਲ ਨਾ ਸਟਾਰ ਹੈਲਥ ਦੀ ਹੈ ਅੱਛਾ, ਸਟਾਰ ਹੈਲਥ ਇੰਸ਼ੋਰੈਂਸ ਦੀ ਪਾਲਿਸੀ ਹੈ। ਬਿਲਕੁਲ ਠੀਕ ਹੈ ਜੀ। ਜੀ। ਬਿਲਕੁਲ ਸਰ, ਤੁਹਾਡੀ ਕੋਈ ਵੀ ਪਾਲਿਸੀ ਹੈ ਉਹਦੇ ਅੰਦਰ ਹੈਲਥ ਇੰਸ਼ੋਰੈਂਸ ਦੇ ਅੰਦਰ ਕੋਵਿਡ-19 ਜਿਹਨੂੰ ਆਪਾਂ ਕਰੋਨਾ ਕਹਿੰਦੇ ਆ, ਇਹਦਾ ਕਲੇਮ ਵੈਲਿਡ ਹੈ ਜੀ, ਕਵਰੇਜ ਹੈ ਪੂਰੀ। ਪੂਰੀ ਕਵਰੇਜ ਹੈ ਨਾ? ਹਾਂਜੀ। ਤੇ ਉਹਦੀ ਕੋਈ ਕੰਡੀਸ਼ਨਸ ਵੀ ਹੈਗੀਆਂ, ਜਾਂ ਜਿਵੇਂ ਨਾਰਮਲ ਕਲੇਮ ਆਉਂਦਾ ਉਵੇਂ ਹੀ ਆਪਾਂ ਲੈ ਸਕਦੇ ਹਾਂ? ਜੇ ਰੱਬ ਨਾ ਕਰੇ, ਦੇਖੋ ਹਲੇ ਤਾਂ ਅਸੀਂ ਸਵਸਥ ਹਾਂ। ਜਸਟ ਹੂੰ। ਮੇਰੇ ਮਾਈਂਡ 'ਚ ਇੱਕ ਕੁਐਸਚਨ ਆਇਆ ਤੇ ਨਾਲ ਹੀ ਉਹ ਮੈਂ ਵੀਡੀਓ ਤੋਂ ਵੀ ਕਲਿੱਕ ਕਰ ਗਿਆ। ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਕੇ ਪੁੱਛ ਲਵਾਂ। ਬਿਲਕੁਲ ਠੀਕ ਹੈ ਜੀ। ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਜੀ, ਜਿਵੇਂ ਆਪਣੇ ਨਾਰਮਲ ਕਲੇਮ ਹੁੰਦੇ ਆ ਨਾ ਜੀ, ਉੱਦਾਂ ਹੀ ਕਰੋਨਾ ਦਾ ਕਵਰ, ਕੋਵਿਡ-19 ਦਾ ਕਵਰ ਇਹਦੇ ਵਿੱਚ ਹੋਏਗਾ। ਤੁਸੀਂ ਆਪਣੀ ਪਾਲਿਸੀ ਜਿਸ ਟਾਈਮ ਪਰਚੇਜ਼ ਕੀਤੀ ਸੀ, ਉਦੋਂ ਤੁਸੀਂ ਨਾ ਕੁਝ ਟਰਮ ਐਂਡ ਕੰਡੀਸ਼ਨ ਸਮਝੀਆਂ ਹੋਣੀਆਂ, ਕੁਝ ਚੀਜ਼ਾਂ ਸਮਝੀਆਂ ਹੋਣੀਆਂ ਨੇ। ਬੇਸਿਕਲੀ ਹੁੰਦਾ ਕੀ ਹੈ, ਆਪਣੀ ਇੰਸ਼ੋਰੈਂਸ ਪਾਲਿਸੀ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਵਰ ਹੁੰਦੀਆਂ ਨੇ, ਠੀਕ ਹੈ ਜੀ। ਜੀ। ਇੱਕ ਹੁੰਦਾ ਓਪੀਡੀ, ਇੱਕ ਹੁੰਦਾ ਹਾਂਜੀ ਆਈਪੀਡੀ, ਠੀਕ ਹੈ। ਠੀਕ ਹੈ ਜੀ। ਬਟ ਇੰਸ਼ੋਰੈਂਸ ਪਾਲਿਸੀ ਦੇ ਅੰਦਰ ਸਿਰਫ ਤੇ ਸਿਰਫ ਆਈਪੀਡੀ ਕਵਰ ਹੁੰਦਾ ਹੈ। ਓਪੀਡੀ ਦਾ ਤੁਹਾਨੂੰ ਵੀ ਪਤਾ ਹੁੰਦਾ ਹੈ, ਓਪੀਡੀ ਦਾ ਮਤਲਬ ਹੁੰਦਾ ਆਊਟ ਪੇਸ਼ੈਂਟ। ਆਊਟ ਜੀ ਪੇਸ਼ੈਂਟ ਦਾ ਮਤਲਬ ਹੈ ਕੋਈ ਵੀ ਨੀਅਰ ਬਾਏ ਡਾਕਟਰ ਜਾਂ ਕੋਈ ਪ੍ਰੋਫੈਸ਼ਨਲ ਹੈ ਬੰਦਾ, ਉਹਦੇ ਕੋਲੋਂ ਗਿਆ, ਟੈਸਟ ਕਰਵਾਇਆ, ਮੈਡੀਸਿਨ ਲਿੱਤੀ, ਮੈਡੀਸਿਨ ਉਹਨਾਂ ਨੇ 1-2 ਦਿਨ 3 ਦਿਨ ਦਾ ਕੋਰਸ ਦੇਤਾ, ਕਿਉਰ ਹੋ ਗਈ ਪ੍ਰੋਬਲਮ। ਇਹ ਚੀਜ਼ ਜਿਹੜੀ ਹੈ ਇੰਸ਼ੋਰੈਂਸ ਕੰਪਨੀਆਂ ਕਵਰ ਨਹੀਂ ਕਰਦੀਆਂ, ਜਿਹੜੀ ਮਰਜ਼ੀ ਕੰਪਨੀ ਹੋਵੇ। ਇਹ ਕਲੇਮ ਜਿਹੜਾ ਐਡਮਿਸੀਬਲ ਨਹੀਂ ਹੁੰਦਾ। ਠੀਕ ਹੈ ਜੀ। ਦੂਸਰੀ ਚੀਜ਼ ਹੁੰਦੀ ਹੈ ਜੀ ਆਈਪੀਡੀ। ਆਈਪੀਡੀ ਦਾ ਮਤਲਬ ਹੁੰਦਾ ਜਿਹਦੇ 'ਚ ਐਡਮਿਟ ਕਰਨਾ ਪੈਂਦਾ ਹੈ, ਠੀਕ ਹੈ। ਜਿਹਦੇ 'ਚ ਉਹ ਪ੍ਰੋਬਲਮ ਵਿਗੜ ਰਹੀ ਹੈ। ਹਾਂਜੀ ਸੇਮ ਬਾਕੀਆਂ ਕਲੇਮ ਵਾਂਗੂ ਇਹੀ ਚੀਜ਼ ਕੋਵਿਡ ਦੇ ਵਿੱਚ ਵੀ ਐਪਲੀਕੇਬਲ ਹੋਏਗੀ। ਤੁਸੀਂ ਦੇਖਿਆ ਹੋਣਾ ਜਦੋਂ ਇਹ ਸਟਾਰਟਿੰਗ ਤੋਂ ਮਾਰਚ ਦੇ ਵਿੱਚ ਆਪਣੇ ਇੰਡੀਆ 'ਚ ਇਹ ਚੀਜ਼ ਆਉਣੀ ਸ਼ੁਰੂ ਹੋਈ ਸੀਗੀ, ਹਾਂਜੀ ਕੇਸ ਆਉਣੇ ਸ਼ੁਰੂ ਹੋਏ ਸੀ, ਲੋਕਾਂ 'ਚ ਬਹੁਤ ਜ਼ਿਆਦਾ ਇੱਕ ਤਰੀਕੇ ਦਾ ਡਰ ਸੀਗਾ ਕਿ ਪਤਾ ਨਹੀਂ ਕੀ ਹੋਏਗਾ ਕੀ ਨਹੀਂ। ਉਸ ਟਾਈਮ ਤੇ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਐਡਮਿਸ਼ਨਸ ਵੀ ਹੋ ਰਹੀਆਂ ਸੀਗੀਆਂ। ਹਾਂਜੀ ਹਾਂਜੀ ਬਟ ਹੌਲੀ ਹੌਲੀ ਲੋਕਾਂ 'ਚ ਅਵੇਅਰਨੈਸ ਵਧਣੀ ਸ਼ੁਰੂ ਹੋਈ। ਡਾਕਟਰਾਂ ਨੇ, ਆਪਣੇ ਇੰਡੀਅਨ ਡਾਕਟਰਸ ਨੇ ਇਹਨੂੰ ਹੋਰ ਜ਼ਿਆਦਾ ਸਟੱਡੀ ਕੀਤਾ। ਅਦਰ ਜੀ। ਕੰਟਰੀਜ਼ ਤੋਂ ਵੀ ਆਪਾਂ ਨੂੰ ਰਿਵਿਊ ਆਉਣੇ ਸ਼ੁਰੂ ਹੋ ਗਏ। ਤਾਂ ਆਪਾਂ ਦੇਖਿਆ ਕਿ ਇਹਦੇ ਵਿੱਚ ਇੰਨੀ ਜ਼ਿਆਦਾ ਹੌਸਪੀਟਲਾਈਜੇਸ਼ਨ ਦੀ ਰਿਕੁਆਇਰਡ ਨਹੀਂ ਹੁੰਦੀ, ਮਤਲਬ ਹੌਸਪੀਟਲਾਈਜੇਸ਼ਨ ਰਿਕੁਆਇਰਡ ਨਹੀਂ ਹੈਗੀ। ਓਕੇ। ਉਦੋਂ ਲੋੜ ਪੈਂਦੀ ਹੈ ਜਦੋਂ ਉਹ ਕੇਸ ਵਿਗੜ ਜਾਂਦਾ ਹੈ। ਵਿਗੜ ਜਾਣਾ ਦੀ ਡੈਫੀਨੇਸ਼ਨ ਦੇ ਵਿੱਚ ਆ ਜਾਂਦਾ ਹੈ ਜੀ, ਜ਼ਿਆਦਾਤਰ ਇਹ ਤੁਸੀਂ ਦੇਖੋਗੇ ਉਹਨਾਂ ਲੋਕਾਂ ਨੂੰ ਇਫੈਕਟ ਕਰ ਰਹੀ ਹੈ ਪ੍ਰੋਬਲਮ ਜਿਨ੍ਹਾਂ ਨੂੰ ਪ੍ਰੀ ਐਗਜ਼ਿਸਟਿੰਗ ਹੈ। ਪ੍ਰੀ ਐਗਜ਼ਿਸਟਿੰਗ ਦਾ ਮਤਲਬ ਹੈ ਜਿਸ ਟਾਈਮ ਤੇ, ਜਾਂ ਇਨ ਸ਼ੋਰਟ ਕਹੀਏ ਤਾਂ ਜਿਨ੍ਹਾਂ ਨੂੰ ਪਹਿਲਾਂ ਪ੍ਰੋਬਲਮ ਹੈਗੀਆਂ ਨੇ, ਜਿਵੇਂ ਬੀਪੀ, ਸ਼ੂਗਰ, ਓਕੇ। ਕਿਡਨੀ ਪ੍ਰੋਬਲਮ, ਲੀਵਰ ਪ੍ਰੋਬਲਮ, ਹਾਰਟ ਹਾਂਜੀ ਦੀ ਦਿੱਕਤ, ਇਹ ਉਹਨਾਂ ਨੂੰ ਜ਼ਿਆਦਾ ਇਫੈਕਟ ਕਰ ਰਹੀਆਂ ਨੇ। ਉਸ ਕੇਸ ਦੇ ਵਿੱਚ ਐਡਮਿਸ਼ਨ ਰਿਕੁਆਇਰਡ ਹੁੰਦੀ ਹੈ, ਠੀਕ ਹੈ। ਠੀਕ ਹੈ। ਤਾਂ ਇਹ ਜਿਹੜਾ ਅਗਰ ਕੋਈ ਇੱਦਾਂ ਦੀ ਐਡਮਿਸ਼ਨ ਹੁੰਦੀ ਹੈ ਤਾਂ ਡੈਫੀਨੇਟਲੀ ਇੰਸ਼ੋਰੈਂਸ ਕੰਪਨੀਆਂ ਉਸ ਕਲੇਮ ਨੂੰ ਪੇ ਕਰਨਗੀਆਂ। ਜਿਵੇਂ ਕਿ ਤੁਹਾਨੂੰ ਵੀ ਪਤਾ ਹੈ, ਮੈਂ ਫਿਰ ਇੱਕ ਵਾਰ ਇੱਥੇ ਤੁਹਾਨੂੰ ਰਿਪੀਟ ਕਰ ਦੇਣਾ, ਹੁੰਦਾ ਕੀ ਹੈ, ਕਿਸੇ ਵੀ ਤਰ੍ਹਾਂ ਦਾ ਕਲੇਮ ਹੋਵੇ, ਸਿਰਫ ਕੋਵਿਡ ਨਹੀਂ, ਕਿਸੇ ਵੀ ਤਰ੍ਹਾਂ ਦਾ ਕਲੇਮ ਹੋਵੇ, ਰੀਜ਼ਨ ਆਫ ਐਡਮਿਸ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਓਕੇ। ਮਤਲਬ ਕਿ ਕਿਸ ਪ੍ਰੋਬਲਮ ਕਾਰਨ ਬੰਦੇ ਨੂੰ ਐਡਮਿਟ ਕੀਤਾ ਜਾ ਰਿਹਾ, ਉਹਨੂੰ ਜਸਟੀਫਾਈ ਹੋਣਾ ਉਹਦਾ ਬਹੁਤ ਜ਼ਰੂਰੀ ਹੈ। ਇਹ ਤੁਹਾਡਾ ਟ੍ਰੀਟਿੰਗ ਡਾਕਟਰ ਹੀ ਡਿਫਾਈਨ ਕਰਦਾ ਹੈ। ਓਕੇ, ਜਿਵੇਂ ਮੈਂ ਇੱਕ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ, ਹਾਂਜੀ ਜੇ ਰੱਬ ਨਾ ਕਰੇ ਸਪੋਜ਼ ਕਿਸੇ ਨੂੰ ਕੋਵਿਡ ਪੋਜ਼ਿਟਿਵ ਆ ਗਿਆ, ਹਾਂਜੀ ਤੇ ਪੋਜ਼ਿਟਿਵ ਆ ਗਿਆ ਤੇ ਉਹ ਹਸਪੀਟਲ ਨੇ ਉਹਨਾਂ ਨੂੰ ਐਡਮਿਸ਼ਨ ਦੇ ਦਿੱਤੀ ਠੀਕ ਹੈ ਜੀ। ਔਰ ਟ੍ਰੀਟਮੈਂਟ ਸਟਾਰਟ ਕਰ ਦਿੱਤਾ, ਤੇ ਇਹ ਕਵਰ ਹੈ ਨਾ? ਇਹ ਸਿੰਪਲ ਜੀ ਗੱਲ ਦੇ ਵਿੱਚ ਮਤਲਬ ਮੈਂ ਪੁੱਛ ਰਿਹਾ ਤੁਹਾਨੂੰ। ਹਾਂਜੀ, ਮੈਂ ਵੀ ਉਹੀ ਕਹਿ ਰਿਹਾ ਕਿ ਇਹ ਕਵਰ ਹੈ, ਪਰ ਰੀਜ਼ਨ ਠੀਕ ਆਫ ਐਡਮਿਸ਼ਨ ਕਲੀਅਰ ਹੋਣਾ ਚਾਹੀਦਾ ਹੈ। ਇਹ ਹੈ। ਨਹੀਂ ਗਾ ਰੀਜ਼ਨ ਕਿ ਆਫ ਐਡਮਿਸ਼ਨ ਤਾਂ ਕੋਵਿਡ ਪੋਜ਼ਿਟਿਵ ਆ ਗਿਆ, ਇਹ ਰੀਜ਼ਨ ਨਹੀਂ ਹੋਇਆ?
ਰੀਜ਼ਨ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਜੀ। ਰੀਜ਼ਨ ਆਫ ਐਡਮਿਸ਼ਨ ਇਹ ਨੀਗਾ। ਹੁਣ ਇੱਕ ਚੀਜ਼ ਸੁਣੋ, ਬੰਦੇ ਨੇ ਪ੍ਰੋਬਲਮ ਆਈ, ਹਾਂਜੀ। ਗਿਆ ਟੈਸਟ ਕਰਵਾਇਆ, ਠੀਕ ਹੈ ਜੀ, ਹਾਂ। ਕੋਵਿਡ ਡਾਇਗਨੋਜ਼ ਹੋ ਗਿਆ, ਠੀਕ ਹੈ। ਠੀਕ ਹੈ ਜੀ। ਹੁਣ ਰੀਜ਼ਨ ਆਫ ਐਡਮਿਸ਼ਨ ਜਸਟੀਫਾਈ ਦਾ ਮਤਲਬ ਕੀ ਹੈ ਕਿ ਉਹਨੂੰ ਕੋਈ ਸਿੰਪਟਮਸ ਨੇ। ਤੁਹਾਨੂੰ ਪਤਾ ਹੈ ਅੱਜ ਦੀ ਡੇਟ 'ਚ ਨਾ 3 ਕੈਟਾਗਰੀਜ਼ ਨੇ ਆਂਦੀਆਂ ਕੋਵਿਡ ਦੀਆਂ, 3 ਸਟੇਜਿਸ ਨੇ, ਓਕੇ। ਠੀਕ ਹੈ ਜੀ। ਪਹਿਲੀ ਹੈਗੀ ਹੈ ਏਸਿਮਟੋਮੈਟਿਕ, ਮਤਲਬ ਓਕੇ। ਜਿਹਦੇ ਵਿੱਚ ਕੋਈ ਸਿੰਪਟਮਸ ਨਹੀਂ ਹੁੰਦੇ, ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੰਦੇ ਨੂੰ ਕੋਵਿਡ ਹੈਗਾ। ਦੂਸਰੀ ਚੀਜ਼ ਅੱਛਾ। ਹੈ ਜੀ ਮਾਈਲਡ ਸਿੰਪਟਮਸ, ਠੀਕ ਹੈ। ਜਿਹਦੇ ਵਿੱਚ ਇੱਕ ਅੱਧੇ ਦਿਨ ਦਾ ਬੁਖਾਰ ਹੈ, ਹਲਕੀ ਜੀ ਮਤਲਬ ਗਲੇ ਦੇ ਵਿੱਚ ਖਰਾਸ਼ ਹੈ, ਇਹ ਚੀਜ਼ ਹੋ ਗਈ, ਠੀਕ ਹੈ। ਠੀਕ ਹੈ। ਠੀਕ ਹੈ। XYZ ਨਾਲ ਹੋਰ ਜਿਹੜੇ ਸਿੰਪਟਮਸ ਹੁੰਦੇ ਨੇ। ਤੀਸਰੀ ਚੀਜ਼ ਆ ਜਾਂਦੀ ਸਵੀਅਰ, ਜਿਹਦੇ ਵਿੱਚ ਠੀਕ ਹੈ। ਤਬੀਅਤ ਵਿਗੜ ਰਹੀ ਹੈ, ਐਡਮਿਸ਼ਨ ਕਰਨ ਦੀ ਲੋੜ ਹੈਗੀ ਹੈ। ਹੁਣ ਓਕੇ। ਤੁਹਾਨੂੰ ਵੀ ਪਤਾ ਹੈ, ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ ਕਿ ਅਗਰ ਕੋਈ ਏਸਿਮਟੋਮੈਟਿਕ ਜਾਂ ਮਾਈਲਡ ਸਿੰਪਟਮਸ ਵਾਲਾ ਹੋਏਗਾ, ਤੁਸੀਂ ਆਪ ਦੱਸੋ ਕੀ ਉਹਨੂੰ ਐਡਮਿਟ ਕਰਨ ਦੀ ਲੋੜ ਹੈਗੀ ਹੈ? ਤੁਹਾਨੂੰ ਕੀ ਲੱਗਦਾ? ਲੋੜ ਨਹੀਂ, ਹੁਣ ਜਿਵੇਂ ਇੱਕ ਪੈਨਿਕ ਕ੍ਰੀਏਟ ਹੋਇਆ ਹੈ ਹੁਣ ਘਰ, ਹਾਂ ਲੋੜ ਨਹੀਂ ਵੀ ਹੈਗੀ ਵੈਸੇ, ਪਰ ਉਹ ਪੇਸ਼ੈਂਟ ਜਿਹਨੂੰ ਹੋ ਗਿਆ ਜਾਂ ਉਹਦੇ ਘਰ ਦੇ ਇਹ ਸੋਚਦੇ ਆ ਨਾ ਬਈ ਇਹਨੂੰ ਕਰੋਨਾ ਪੋਜ਼ਿਟਿਵ ਆ ਗਿਆ ਤੇ ਇਹਨੂੰ ਇੱਕ ਆਈਸੋਲੇਸ਼ਨ ਰਿਕੁਆਇਰਡ ਹੈ ਜਾਂ ਟ੍ਰੀਟਮੈਂਟ ਭਾਵੇਂ ਨਹੀਂ ਹੈਗਾ, ਬਟ ਹਸਪੀਟਲ 'ਚ ਥੋੜੀ ਸੈਟਿਸਫੈਕਸ਼ਨ ਹੋ ਜਾਂਦੀ ਹੈ, ਬੰਦਾ ਐਡਮਿਟ ਕਰਵਾ ਦਿੰਦਾ। ਏਦਾਂ ਕਰਵਾ, ਹੁਣ ਜਿਵੇਂ ਕਰਵਾਏ ਆ ਕਈ ਹੈਗੇ ਨੇ ਨੋਨ, ਉਹਨਾਂ ਨੇ ਵੀ ਕਰਵਾਇਆ ਸੀ, ਬਟ ਉਹਨਾਂ ਦੀ ਤਾਂ ਚਲੋ ਪਾਲਿਸੀ ਹੈ ਨਹੀਂ ਸੀ। ਅਗਰ ਸਿੰਪਟਮ ਕੋਈ ਨਹੀਂ ਹੈਗਾ, ਕੋਵਿਡ ਪੋਜ਼ਿਟਿਵ ਹੈ, ਹਾਂ ਐਡਮਿਸ਼ਨ ਤਾਂ ਨਹੀਂ ਰਿਕੁਆਇਰਡ, ਫਿਰ ਵੈਸੇ ਘਰ ਹੋ ਸਕਦਾ। ਠੀਕ ਹੈ, ਹੋ ਸਕਦਾ ਨਾ, ਇਹੀ ਚੀਜ਼ ਹੈ। ਹਾਂਜੀ। ਤੁਸੀਂ ਦੇਖੋ ਐਟ ਦ ਐਂਡ ਆਫ ਦਾ ਡੇ ਇੰਸ਼ੋਰੈਂਸ ਕੰਪਨੀਆਂ ਨੇ ਤੁਹਾਡਾ ਪੈਸਾ ਤੁਹਾਨੂੰ ਹੀ ਵਾਪਸ ਦੇਣਾ। ਤੁਸੀਂ ਦੇਖੋ 100 ਬੰਦਿਆਂ ਦੀ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਹਾਂ, 100 ਬੰਦਿਆਂ ਦੀ ਇੰਸ਼ੋਰੈਂਸ ਚੱਲ ਰਹੀ ਹੈ, ਜੀ। ਉਹਨਾਂ ਨੇ ਪੈਸੇ ਦਿੱਤੇ ਹੋਏ ਨੇ। ਹੁਣ ਹਾਂਜੀ। ਇੰਸ਼ੋਰੈਂਸ ਕੰਪਨੀ ਦਾ ਕੀ ਫਰਜ਼ ਬਣਦਾ ਹੈ ਕਿ ਇਹ ਦੇਖਣਾ ਉਹ 100 ਬੰਦਿਆਂ ਦੀ ਪੇਮੈਂਟ ਨੂੰ ਕਿਸੇ ਇੱਕ ਜਾਂ ਦੋ ਤਿੰਨ ਜਿੰਨੇ ਵੀ ਕਲੇਮਸ ਆਉਣਗੇ ਉਹਨਾਂ ਨੂੰ ਦੇਖਣਾ। ਜੀ। ਓਬਵੀਅਸ ਹੈ ਕੰਪਨੀ ਕੀ ਦੇਖੇਗੀ ਕਿ ਜੈਨੂਅਨ ਤੇ ਐਡਮਿਸਿਬਲ ਕਲੇਮ ਹੋਵੇ। ਜੀ। ਕੋਈ ਵੀ ਡਾਕਟਰ ਅੱਜ ਦੀ ਡੇਟ ਦੇ ਵਿੱਚ, ਈਵਨ ਗਵਰਨਮੈਂਟ ਵੀ ਕਹਿ ਰਹੀ ਹੈ, ਤੁਸੀਂ ਉਹਨਾਂ ਦੀ ਐਡਵਰਟਾਈਜ਼ਮੈਂਟ ਸੁਣੋਗੇ, ਦੇਖੋਗੇ, ਜਾਂ ਆਪਣਾ ਮਿਨਿਸਟਰੀ ਆਫ ਹੈਲਥ ਅਫੇਅਰਸ ਵੀ ਆਪਾਂ ਨੂੰ ਇਹ ਕਹਿ ਰਿਹਾ ਕਿ ਇਸ ਕੇਸਿਸ ਦੇ ਅੰਦਰ ਜਿਨ੍ਹਾਂ 'ਚ ਏਸਿਮਟੋਮੈਟਿਕ ਤੇ ਮਾਈਲਡ ਸਿੰਪਟਮਸ ਨੇ, ਐਡਮਿਸ਼ਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਘਰ ਰਹਿ ਕੇ ਅਲੱਗ ਇੱਕ ਕਮਰੇ ਦੇ ਵਿੱਚ ਸਿਰਫ ਆਪਣੇ ਆਪ ਨੂੰ ਆਈਸੋਲੇਟ ਕਰ ਲਓ ਤਾਂ ਕਿ ਦਿੱਕਤ ਨਾ ਆਵੇ, ਦੂਸਰਿਆਂ ਦੇ ਵਿੱਚ ਇਹ ਚੀਜ਼ ਨਾ ਫੈਲੇ। ਜੀ। ਠੀਕ ਹੈ ਜੀ। ਇਹ ਚੀਜ਼ ਹੁੰਦਾ ਕਿ ਜਿਹੜਾ ਰੀਜ਼ਨ ਆਫ ਐਡਮਿਸ਼ਨ ਹੈ ਉਹ ਜਸਟੀਫਾਈ ਹੋਣਾ ਚਾਹੀਦਾ ਹੈ। ਤੁਸੀਂ ਦੇਖੋ ਅਗਰ ਏਦਾਂ ਹੀ, ਪਹਿਲੀ ਗੱਲ ਤਾਂ ਤੁਸੀਂ ਦੇਖੋਗੇ ਹਸਪੀਟਲ ਵੀ ਨਹੀਂ ਕਰ ਰਹੇ ਐਡਮਿਸ਼ਨ। ਜੇ ਕੋਈ ਬੰਦਾ ਕਹਿ ਵੀ ਦਿੰਦਾ ਨਾ ਕਿ ਮੈਨੂੰ ਹਾਂਜੀ। ਐਡਮਿਟ ਕਰ ਲਓ, ਤਾਂ ਹਸਪੀਟਲ ਨਹੀਂ ਐਡਮਿਟ ਕਰ ਸਕਦਾ, ਕਿਉਂਕਿ ਹਸਪੀਟਲ ਦਾ ਸਿਰਫ ਇੰਸ਼ੋਰੈਂਸ ਕੰਪਨੀਆਂ ਨੂੰ ਜਵਾਬ ਨਹੀਂ ਬਣਦਾ, ਅੱਗੋਂ ਡਿਪਾਰਟਮੈਂਟ ਨੂੰ ਵੀ ਜਵਾਬ ਬਣਦਾ ਪਿਆ ਕਿ ਇਹ ਬੰਦੇ ਨੂੰ ਕਿਉਂ ਐਡਮਿਟ ਕਰਨਾ ਪਿਆ। ਰੀਜ਼ਨ ਬਿਹਾਈਂਡ ਕੀ ਹੈ ਕਿ ਬੈੱਡ ਬਹੁਤ ਹੀ ਲਿਮਟਿਡ ਨੇ। ਜੀ। ਅਗਰ ਉਹ ਏਸਿਮਟੋਮੈਟਿਕ ਜਾਂ ਮਾਈਲਡ ਸਿੰਪਟਮ ਵਾਲੇ ਨੂੰ ਐਡਮਿਟ ਕਰ ਲੈਣਗੇ, ਜੇ ਮੰਨ ਲਓ ਬਿਲਕੁਲ ਜੈਨੂਅਨ ਕੇਸ ਆ ਗਿਆ ਉਹਨਾਂ ਕੋਲੋਂ ਜਿਹਦੇ ਚੋਂ ਬੰਦੇ ਹਾਂਜੀ। ਦੀ ਹਾਲਤ ਵਿਗੜਦੀ ਪਈ ਹੈ, ਉਹਦੇ ਲਈ ਬੈੱਡ ਨਾ ਹੋਏਗਾ ਤਾਂ ਕੀ ਕਰੇਗਾ ਹਸਪੀਟਲ? ਹਾਂ, ਇਹ ਵੀ ਇਸ ਗੱਲ ਲਈ ਠੀਕ ਹੈ। ਇਸ ਲਈ ਜਿਹੜਾ ਵੀ ਪੇਸ਼ੈਂਟ ਐਡਮਿਟ ਕੀਤਾ ਜਾਂਦਾ ਹੈ, ਉਹਦਾ ਪੂਰਾ ਟ੍ਰੀਟਮੈਂਟ ਰਿਕਾਰਡ, ਟੈਂਪਰੇਚਰ ਚਾਰਟ, ਲਾਈਨ ਆਫ ਟ੍ਰੀਟਮੈਂਟ, ਮਤਲਬ ਕਿਹੜਾ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ, ਇਹ ਸਾਰਾ ਦਾ ਸਾਰਾ ਅੱਗੋਂ ਡਿਪਾਰਟਮੈਂਟ ਕੋਲ ਜਾ ਰਿਹਾ ਹੈ। ਇੰਸ਼ੋਰੈਂਸ ਕੰਪਨੀਆਂ ਵੀ ਐਸੇ ਚੀਜ਼ ਦੇ ਉੱਤੇ ਕਲੇਮ ਦਿੰਦੀਆਂ ਨੇ। ਕਿਸੇ ਵੀ ਤਰ੍ਹਾਂ ਦਾ ਓਕੇ। ਕਲੇਮ ਹੈ, ਉਹਦੇ ਵਿੱਚ ਸਭ ਨਾਲ ਪਹਿਲਾਂ ਅਗਰ ਕੋਈ ਹੋਏਗਾ, ਜੇ ਮੰਨ ਲਓ ਕੋਵਿਡ ਦਾ ਕਲੇਮ ਹੈ, ਉਹਦੇ ਵਿੱਚ ਸਭ ਨਾਲ ਪਹਿਲਾਂ ਲਿੱਤਾ ਜਾਏਗਾ ਜੀ ਟੈਂਪਰੇਚਰ ਚਾਰਟ, ਜੀ। ਕਿ ਬੰਦੇ ਨੂੰ ਕਿੰਨਾ ਟੈਂਪਰੇਚਰ ਰਹਿ ਰਿਹਾ। ਹੁਣ ਟੈਂਪਰੇਚਰ ਹੈ ਹੀ ਨਹੀਂਗਾ, ਠੀਕ ਹੈ, ਹਾਂਜੀ। ਆਕਸੀਜਨ ਲੈਵਲ ਵੀ ਨਾਰਮਲ ਹੈ, ਹਾਂ। ਹੋਰ ਕੋਈ ਸਿੰਪਟਮਸ ਹੈ ਨਹੀਂ ਗੇ, ਠੀਕ ਹੈ, ਉਸ ਬੰਦੇ ਨੂੰ ਐਡਮਿਟ ਕਰਨ ਦੀ ਲੋੜ ਹੈ ਹੀ ਨਹੀਂ, ਐਕਚੁਅਲ 'ਚ ਰਿਕੁਆਇਰਮੈਂਟ ਹੈ ਨਹੀਂ, ਤਾਂ ਇੰਸ਼ੋਰੈਂਸ ਕੰਪਨੀ ਕੋਈ ਕਲੇਮ ਨਹੀਂ ਪੇ ਕਰੇਗੀ। ਇਹ ਸਿਰਫ ਇਸ ਬਿਮਾਰੀ ਕਾਰਨ ਨਹੀਂਗਾ, ਕਿਸੇ ਵੀ ਤਰ੍ਹਾਂ ਹਾਂਜੀ। ਦਾ ਤੁਸੀਂ ਲੈ ਕੇ ਚੱਲੋ, ਪੂਰੀ ਦੀ ਪੂਰੀ ਚੀਜ਼ ਜਿਹੜੀ ਹੈਗੀ ਹੈ ਇੰਸ਼ੋਰੈਂਸ ਸੈਕਟਰ ਦੀ, IRDA ਵੱਲੋਂ ਜਦੋਂ ਕੇਸ ਅਪਰੂਵ ਪਾਲਿਸੀਜ਼ ਅਪਰੂਵ ਹੁੰਦੀਆਂ ਨੇ, ਉਹਨਾਂ ਦੀ ਵਰਡਿੰਗ ਕਲੀਅਰ ਕੱਟ ਮੈਂਸ਼ਨ ਹੁੰਦਾ ਹੈ, ਰੀਜ਼ਨ ਆਫ ਐਡਮਿਸ਼ਨ ਜਾਂ ਰੀਜ਼ਨ ਆਫ ਐਡਮਿਸ਼ਨ ਜਿਹੜਾ ਹੈਗਾ ਜਸਟੀਫਾਈ ਤੇ ਕਲੀਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਤੁਸੀਂ ਦੇਖੋ ਠੀਕ ਹੈ। ਟਾਈਫਾਈਡ ਦਾ ਕੇਸ ਹੋ ਗਿਆ, ਹਾਂਜੀ। ਡੇਂਗੂ ਦਾ ਕੇਸ ਹੋ ਗਿਆ,
ਕਈ ਵਾਰੀ ਜੀ ਏਦਾਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਬੰਦਾ ਘਰੇ ਹੀ ਮੈਡੀਸਿਨ ਲੈਂਦਾ ਹੈ, ਉਹ ਕਿਉਰ ਹੋ ਜਾਂਦੀ ਹੈ। ਜੀ ਠੀਕ ਹੈ, ਤਾਂ ਉਸ ਕੇਸ 'ਚ ਵੀ ਐਡਮਿਸ਼ਨ ਨਹੀਂ। ਹੁਣ ਕਈ ਵਾਰੀ ਇਹ ਕੇਸ ਵਿਗੜ ਵੀ ਜਾਂਦੇ ਨੇ, ਆਮ ਮੈਡੀਸਿਨ ਨਾਲ ਨਹੀਂ ਫਰਕ ਪੈਂਦਾ, ਉਦੋਂ ਐਡਮਿਟ ਕਰਨਾ ਪੈਂਦਾ ਹੈ, ਤਾਂ ਉਹ ਕਲੇਮ ਜੈਨੂਅਨ ਨੇ, ਕੰਪਨੀ ਪੇ ਕਰਦੀ ਹੈ। ਸੇਮ ਇਹੀ ਚੀਜ਼ ਕੋਵਿਡ 'ਚ ਹੈ। ਮਤਲਬ ਤੁਹਾਡੇ ਕਹਿਣ ਦਾ ਇਹ ਹੋਇਆ ਬਈ ਕੇਸ ਜੇ ਵਿਗੜਿਆ ਹੋਇਆ ਹੋਵੇ ਤਾਂ ਹਸਪੀਟਲ ਐਡਮਿਸ਼ਨ ਦੇਏਗਾ ਔਰ ਇੱਧਰੋਂ ਕਲੇਮ ਵੀ ਕੰਪਨੀ ਦੇਏਗੀ। ਬਿਲਕੁਲ ਜੀ, ਮਿਲੇਗਾ। ਅੱਛਾ, ਇੱਕ ਵੈਸੇ ਜਿਵੇਂ ਹੁਣ ਮੈਨੂੰ ਯਾਦ ਆ ਰਿਹਾ ਇੱਕ ਫੀਚਰ ਪਾਲਿਸੀ ਦਾ ਐਡਵਾਈਜ਼ਰ ਨੇ ਦੱਸਿਆ ਵੀ ਸੀ ਬਈ ਘਰ ਦੇ ਵਿੱਚ ਜੇ ਰਹਿ ਕੇ ਵੀ ਟਰੀਟਮੈਂਟ ਕਰ ਰਹੇ ਹਾਂ ਆਪਾਂ, ਉਹ ਵੀ ਕਵਰਡ ਹੈ। ਇਹ ਹੈ ਨਾ ਫੀਚਰ ਤੁਹਾਡੀ ਪਾਲਿਸੀ ਦੇ ਵਿੱਚ? ਬਿਲਕੁਲ ਜੀ, ਇਹਨੂੰ ਕਹਿੰਦੇ ਨੇ ਬੇਸਿਕਲੀ ਦੋ ਚੀਜ਼ਾਂ ਹੁੰਦੀਆਂ ਨੇ ਜੀ। ਜੇ ਅਗਰ ਆਪਾਂ ਪੁਰਾਣੀ ਗੱਲ ਕਰੀਏ ਤਾਂ ਉਹਨੂੰ ਕਹਿੰਦੇ ਜੀ ਡੋਮਿਸਲਰੀ ਟਰੀਟਮੈਂਟ। ਓਕੇ। ਡੋਮਿਸਲਰੀ ਟਰੀਟਮੈਂਟ ਦੀ ਕੰਡੀਸ਼ਨ ਕੀ ਸੀ ਕਿ ਟਰੀਟਮੈਂਟ ਜਿਹੜਾ ਘੱਟੋ ਘੱਟ 3 ਦਿਨ ਚੱਲਣਾ ਜ਼ਰੂਰੀ ਹੈ। ਇਹ ਇਸ ਕੇਸਿਸ 'ਚ ਬਣਾਈ ਗਈ ਸੀ ਕਿ ਮੰਨ ਲਓ ਕੋਈ ਇੱਕ ਇਸ ਤਰ੍ਹਾਂ ਦਾ ਸਮਾਂ ਆ ਗਿਆ ਜਿਹਦੇ ਕਾਰਨ ਹਸਪੀਟਲਾਂ ਦੇ ਵਿੱਚ ਬੈੱਡ ਨਹੀਂ ਹੈਗੇ, ਜਾਂ ਬੰਦੇ ਦੀ ਏਦਾਂ ਦੀ ਸਿਚੁਏਸ਼ਨ ਹੈ ਕਿ ਉਹਨੂੰ ਆਪਾਂ ਹਸਪੀਟਲ ਮੂਵ ਨਹੀਂ ਕਰ ਸਕਦੇ। ਉਸ ਕੇਸਿਸ 'ਚ ਜਿਹੜਾ ਕੰਮ ਹਸਪੀਟਲ ਦੇ ਅੰਦਰ ਰਹਿ ਕੇ ਹੋਣਾ ਸੀ, ਜੋ ਟਰੀਟਮੈਂਟ ਦਿੱਤਾ ਜਾਣਾ ਸੀ ਨਾ, ਟਰੀਟਮੈਂਟ ਉਹੀ ਦਿੱਤਾ ਜਾਏਗਾ, ਬਟ ਹਸਪੀਟਲ ਦੀ ਬਜਾਏ ਉਹ ਘਰੇ ਦਿੱਤਾ ਜਾਏਗਾ। ਇਹ ਕਰੋਨਾ ਦੇ ਕੇਸ ਦੇ ਵਿੱਚ ਫਿਰ ਇਹ ਐਪਲੀਕੇਬਲ ਹੋ ਗਿਆ ਨਾ? ਓਵਰਆਲ ਹੈ, ਮੈਂ ਤੁਹਾਨੂੰ ਦੱਸਾਂ, ਇਹ ਓਵਰਆਲ ਹੈ ਜੀ, ਕਿਸੇ ਵੀ ਤਰ੍ਹਾਂ ਦਾ ਹੋਵੇ। ਬਟ ਜਿਸ ਟਾਈਮ ਇਹ ਫੀਚਰ ਆਇਆ ਸੀ, ਕਦੇ ਲੱਗਦਾ ਨਹੀਂ ਸੀ ਕਿਸੇ ਨੂੰ ਵੀ ਕਿ ਏਦਾਂ ਦੀ ਸਿਚੁਏਸ਼ਨ ਆਏਗੀ। ਕਿਉਂਕਿ ਤੁਸੀਂ ਲੈ ਕੇ ਚੱਲੋ ਇੰਡੀਆ ਦੇ ਅੰਦਰ, ਜੇ ਆਪਾਂ ਲੁਧਿਆਣੇ ਦੀ ਗੱਲ ਕਰ ਰਹੇ ਹਾਂ, ਤਾਂ ਹਰ 5-7 ਕਿਲੋਮੀਟਰ ਬਾਅਦ ਇੱਕ ਹਸਪੀਟਲ ਹੈਗਾ ਹੀ ਹੈਗਾ, ਬੈੱਡ ਭਰਪੂਰ ਨੇ। ਆਪਾਂ ਨੂੰ ਲੱਗਦਾ ਨਹੀਂ ਸੀ ਕਦੇ ਏਦਾਂ ਦੀ ਸਿਚੁਏਸ਼ਨ ਆਏਗੀ, ਬਟ ਅੱਜ ਕਰੋਨਾ ਦੇ ਸਮੇਂ ਦੇ ਵਿੱਚ ਇਹ ਚੀਜ਼ ਆ ਗਈ, ਤਾਂ ਉਹ ਜਿਹੜਾ ਫੀਚਰ ਹੈ ਸੇਮ ਇਹਦੇ ਉੱਤੇ ਵੀ ਐਪਲੀਕੇਬਲ ਹੋ ਰਿਹਾ। ਮਤਲਬ ਜੇ ਆਪਾਂ ਹਸਪੀਟਲ ਨਹੀਂ ਐਡਮਿਟ ਹੋ ਰਹੇ, ਘਰ ਦੇ ਵਿੱਚ ਹੀ ਆਈਸੋਲੇਟ ਹੋ ਰਹੇ ਆ, ਤੇ ਉਹ ਕਲੇਮ ਕੰਪਨੀ ਦੇਏਗੀ? ਬਿਲਕੁਲ, ਇਹਨੂੰ ਆਪਾਂ ਕਹਿੰਦੇ ਆ ਹੋਮ ਆਈਸੋਲੇਸ਼ਨ ਜਾਂ ਹੋਮ ਕੇਅਰ ਟਰੀਟਮੈਂਟ। ਠੀਕ ਹੈ, ਫਿਰ ਤਾਂ ਠੀਕ ਹੈ। ਬਟ ਕੀ ਹੈ ਕਿ ਤੁਹਾਡਾ ਟ੍ਰੀਟਿੰਗ ਡਾਕਟਰ ਪੂਰਾ ਰਿਕਾਰਡ ਦੇਏਗਾ ਸਾਨੂੰ। ਓਕੇ, ਸਮਝੇ? ਮੈਂ ਸਮਝਾਣਾ ਕਿਵੇਂ। ਟ੍ਰੀਟਿੰਗ ਡਾਕਟਰ ਪੂਰਾ ਰਿਕਾਰਡ ਕਿਵੇਂ ਕਿ ਜੋ ਟ੍ਰੀਟਮੈਂਟ ਹਸਪੀਟਲ ਦੇ ਅੰਦਰ ਦਿੱਤਾ ਜਾਣਾ ਸੀ ਨਾ, ਹਸਪੀਟਲ ਦੇ ਅੰਦਰ ਨਾ ਰਹਿ ਕੇ ਘਰੇ ਦਿੱਤਾ ਜਾ ਰਿਹਾ। ਪ੍ਰੋਪਰ ਟੈਂਪਰੇਚਰ ਚਾਰਟ ਦੇਏਗਾ ਡਾਕਟਰ ਹਸਪੀਟਲ, ਠੀਕ ਹੈ। ਜੋ ਵੀ ਉਹ ਪੇਮੈਂਟ ਲੈ ਰਹੇ ਨੇ, ਠੀਕ ਹੈ ਜੀ, ਆਪਣੀ ਉਹਨੂੰ ਸਟੈਂਪ ਸਾਈਨ ਕਰਕੇ ਦੇਣਗੇ ਜੀ, ਜਿਵੇਂ ਆਪਾਂ ਰਿੰਬਰਸਮੈਂਟ ਦਾ ਕਲੇਮ ਲਗਾਉਂਦੇ ਹਾਂ। ਠੀਕ ਹੈ ਜੀ। ਸੇਮ ਉੱਦਾਂ ਹੀ ਲਾਈਨ ਆਫ ਟਰੀਟਮੈਂਟ, ਕਿਹੜੀ ਕਿਹੜੀ ਮੈਡੀਸਿਨ ਦਿੱਤੀਆਂ ਜਾ ਰਹੀਆਂ ਨੇ, ਉਹ ਆਪਣੇ ਲੈਟਰ ਹੈਡ ਤੇ ਪ੍ਰੋਪਰ ਲਿਖਣਗੇ। ਠੀਕ ਹੈ, ਜਿਸ ਟਾਈਮ ਐਡਮਿਟ ਕੀਤਾ ਉੱਦਾਂ ਦੀ ਸੇਮ ਇੱਕ ਸਮਰੀ ਬਣੇਗੀ। ਉਹ ਚਾਹੇ ਇੱਕ ਆਪਣੇ ਲੈਟਰ ਹੈਡ ਤੇ ਹੀ ਦੇਣ ਕਿ ਇਸ ਪਰਸਨ ਨੂੰ ਇੰਨੀ ਤਰੀਕ ਨੂੰ ਫਸਟ ਟਾਈਮ ਕਰੋਨਾ ਡਾਇਗਨੋਜ਼ ਹੋਇਆ ਜੀ। ਠੀਕ ਹੈ ਜੀ, ਆਹ ਅਸੀਂ ਲਾਈਨ ਆਫ ਟਰੀਟਮੈਂਟ ਦਿੱਤਾ ਸੀਗਾ ਜੀ, ਅੱਜ ਫਾਈਨਲੀ ਇੰਨੀ ਤਰੀਕ ਨੂੰ ਟੈਸਟ ਕੀਤਾ ਤੇ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆ ਚੁੱਕੀ ਹੈ। ਓਕੇ, ਠੀਕ ਹੈ ਜੀ, ਇਹਨੂੰ ਕਹਿੰਦੇ ਆ ਪ੍ਰੋਪਰ ਟਰੀਟਮੈਂਟ। ਹਾਂ, ਹੁਣ ਇੱਕ ਬੰਦਾ ਆਪਣੀ ਮਰਜ਼ੀ ਨਾਲ ਘਰੇ ਆਈਸੋਲੇਟ ਹੋ ਗਿਆ, ਜਾਂ ਉਹਨੂੰ ਸਿੰਪਟਮਸ ਆਏ, ਉਹ ਘਰੇ ਕਾੜੇ ਪੀ ਰਿਹਾ, ਠੀਕ ਹੈ ਜੀ, ਜਾਂ ਆਪਣੀ ਮਰਜ਼ੀ ਨਾਲ ਮੈਡੀਸਿਨ ਖਾਂਦਾ ਪਿਆ ਮਾਰਕੀਟ ਚੋਂ ਪਰਚੇਜ਼ ਕਰਕੇ, ਜਿਵੇਂ ਲਿਮਸੀ ਹੋ ਗਿਆ, ਜਾਂ ਇੱਕ ਦੋ ਮੈਡੀਸਿਨ ਹੋਰ ਤੁਸੀਂ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਨੇ, ਉਹ ਖਾਂਦਾ ਪਿਆ। ਉਹ ਬੰਦਾ ਕਵੇ ਜੀ ਇਹਨੂੰ ਕਲੇਮ ਦਵਾ ਦਿਓ ਮੈਨੂੰ 2, 3, 4, 5 ਹਜ਼ਾਰ ਰੁਪਏ ਦਾ, ਆਹ ਜਿਹੜਾ ਕਲੇਮ ਹੈ ਇਹ ਐਡਮਿਸੀਬਲ ਕਲੇਮ ਨਹੀਂਗਾ। ਮਤਲਬ ਕਹਿਣ ਦਾ ਇਹ ਹੈ ਤੁਹਾਡਾ ਵੀ, ਉਹ ਜਿਹੜਾ ਘਰ ਦੇ ਵਿੱਚ ਵੀ ਅਸੀਂ ਆਈਸੋਲੇਟ ਹੋ ਰਹੇ ਹਾਂ ਜਾਂ ਕੋਈ ਮੈਡੀਸਿਨ ਲੈ ਰਹੇ ਹਾਂ, ਉਹ ਵੀ ਡਾਕਟਰ ਦੀ ਆਬਜ਼ਰਵੇਸ਼ਨ ਦੇ ਅੰਡਰ ਹੋਣਾ ਚਾਹੀਦਾ? ਬਿਲਕੁਲ ਜੀ, ਪ੍ਰੋਪਰ ਡਾਕਟਰ ਦੇ ਵੱਲੋਂ ਹੀ ਉਹ ਦਿੱਤਾ ਜਾਣਾ ਚਾਹੀਦਾ ਹੈ, ਤੇ ਬੜੇ ਹਸਪੀਟਲ ਨੇ ਪੈਕੇਜ ਬਣਾਏ ਹੋਏ ਨੇ ਇਸ ਚੀਜ਼ ਦੇ। ਕਈ ਹਸਪੀਟਲ ਨੇ ਨਾ ਪੈਕੇਜ ਬਣਾਏ ਹੋਏ ਨੇ ਕਿ ਸਾਡਾ ਇੰਨੇ ਦਿਨ ਦਾ ਕੋਰਸ ਹੈ, ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਮਾਈਲਡ ਜਾਂ ਏਸਿਮਟੋਮੈਟਿਕ ਨੇ। ਠੀਕ ਹੈ ਜੀ, ਹਾਂਜੀ। ਥੋੜੀ ਕਨਫਿਊਜ਼ਨ ਹੈ, ਜੇ ਹੁਣ ਅਸਿਮਟੋਮੈਟਿਕ ਜਿਹੜਾ ਤੁਸੀਂ ਕਹਿ ਰਹੇ ਹੋ ਹੈਗਾ ਕੋਵਿਡ ਪੋਜ਼ਿਟਿਵ, ਤੇ ਫਿਰ ਮਾਈਲਡ ਸਿੰਪਟਮ ਹੈਗੇ ਹੈ, ਹਾਂਜੀ, ਔਰ ਸਿੰਪਟਮ ਨਹੀਂ ਹੈਗੇ ਜਾਂ ਮਾਈਲਡ ਹੈਗੇ ਆ, ਔਰ ਅਗਰ ਉਹ ਹਸਪੀਟਲ ਆਪਾਂ ਐਡਮਿਟ ਹੋ ਜਾਂਦੇ ਆ, ਹਾਂਜੀ, ਡਾਕਟਰ ਨੂੰ ਕਹਿ ਕੇ, ਕਿਉਂਕਿ ਡਾਕਟਰ ਜਾਣ ਪਛਾਣ ਦਾ ਹੈਗਾ ਸਾਡਾ,
ਠੀਕ ਹੈ ਉਹਨੂੰ ਜੀ ਕਹਿੰਦੇ ਆ ਵੀ ਤੂੰ 14 ਦਿਨ ਸਾਨੂੰ ਹਸਪੀਟਲ ਰੱਖ ਲੈ। ਠੀਕ ਕਿਸੇ ਹੈ ਜੀ ਵੱਡੇ ਹਸਪੀਟਲ ਨਾ ਸੀ ਭਾਵੇਂ ਛੋਟੇ 'ਚ ਰੱਖ ਲਈਏ, ਠੀਕ ਹੈ ਜੀ ਇਹ ਇਹ ਕਲੇਮ ਮਤਲਬ ਕੰਪਨੀ ਰਿਜੈਕਟ ਕਰ ਸਕਦੀ ਹੈ? ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਨਹੀਂ ਮਿਲ ਸਕਦਾ ਇਹ? ਬਿਲਕੁਲ ਰਿਜੈਕਟ ਹੋਏਗਾ ਜੀ। ਅੱਛਾ। ਕਿਉਂਕਿ ਜਦੋਂ ਵੀ ਕਿਸੇ ਵੀ ਕੰਪਨੀ ਨੇ ਕਲੇਮ ਦੇਣਾ ਹੈ, ਡਾਕਟਰ ਦੀ ਹਾਂ, ਸਟੇਟਮੈਂਟ ਤੋਂ ਇਲਾਵਾ ਉਹਨਾਂ ਨੇ ਦੋ ਚੀਜ਼ਾਂ ਲੈਣੀਆਂ ਨੇ। ਪਹਿਲੀ ਹੈਗੀ ਹੈ ਟੈਂਪਰੇਚਰ ਚਾਰਟ, ਠੀਕ ਹੈ। ਦੂਸਰੀ ਹੋਏਗੀ ਜੀ ICP ਮਤਲਬ ਇੰਡੋਰ ਕੇਸ ਪੇਪਰ। ਓਕੇ। ਟੈਂਪਰੇਚਰ ਚਾਰਟ ਇਹ ਸ਼ੋ ਕਰ ਰਿਹਾ ਮਿਕਸਚਰ X ਦਾ ਜਿਹੜਾ ਟੈਂਪਰੇਚਰ ਹੈ ਉਹ 98 99 98 99 ਹੀ ਰਿਹਾ। ਠੀਕ ਹੈ। ਆਕਸੀਜਨ ਲੈਵਲ ਵੀ ਬੰਦੇ ਦਾ 96 97, ਤੁਹਾਨੂੰ ਵੀ ਪਤਾ 90 ਤੋਂ ਲੈ ਕੇ 100 ਤੱਕ ਜਿਹੜਾ ਨਾਰਮਲ ਗਿਣਿਆ ਜਾਂਦਾ ਹੈ। ਜੀ। ਠੀਕ ਹੈ ਜੀ, ਇਹ ਵੀ 97 98 ਦੇ ਗੇੜ ਦਾ ਰਿਹਾ। ਹਮ, ਹੋਰ ਕੋਈ ਉਹਨੂੰ ਸਿੰਪਟਮਸ ਹੀ ਹੈ ਨਹੀਂ ਸੀਗੇ। ਠੀਕ ਹੈ ਜੀ, ਕਿ ਐਡਮਿਟ ਕਿਉਂ ਕਰਨਾ ਪਿਆ? ਉੱਥੇ ਸਵਾਲ ਆਪਣੇ ਆਪ ਹੀ ਆ ਜਾਏਗਾ ਜੀ, ਐਡਮਿਟ ਕਿਉਂ ਕਰਨਾ ਪਿਆ? ਕਿ ਇਹ ਕੰਮ ਤਾਂ ਘਰੇ ਰਹਿ ਕੇ ਵੀ ਹੋ ਸਕਦਾ ਸੀਗਾ। ਠੀਕ ਹੈ। ਇੰਸ਼ੋਰੈਂਸ ਕੰਪਨੀ ਦੇ ਉੱਤੇ ਇਸ ਚੀਜ਼ ਦਾ ਕਲੇਮ ਕਿਉਂ ਲਿੱਤਾ ਜਾ ਰਿਹਾ ਹੈ? ਕਿਉਂਕਿ ਜੇ ਹਸਪੀਟਲ 'ਚ ਰਹੇਗਾ ਬੰਦਾ, ਰੂਮ ਰੈਂਟ ਵੀ ਤਾਂ ਪੈ ਰਿਹਾ ਜੀ। ਹਾਂ। ਠੀਕ ਹੈ ਨਾ, 4-5 ਹਜ਼ਾਰ ਤੋਂ ਥੱਲੇ ਤੱਕ ਰੂਮ ਰੈਂਟ ਕਿਸੇ ਵੀ ਹਸਪੀਟਲ ਦਾ ਹੈ ਨਹੀਂਗਾ। ਠੀਕ ਹੈ, ਆਪਾਂ 10 ਦਿਨ ਦੀ ਐਡਮਿਸ਼ਨ ਵੀ ਲੈ ਲਈਏ, ਜੇ 5000 ਦੀ ਐਵਰੇਜ ਨਾਲ ਵੀ ਚਲੀਏ ਤਾਂ 50000 ਰੁਪਏ ਤਾਂ ਇਕੱਲਾ ਰੂਮ ਰੈਂਟ ਦਾ ਹੀ ਹੋ ਗਿਆ। ਓਕੇ। ਜੇ ਆਪਣੇ ਘਰ ਰਹਿ ਕੇ ਟ੍ਰੀਟਮੈਂਟ ਲੈਂਦਾ ਤਾਂ ਮੈਨੂੰ ਨਹੀਂ ਲੱਗਦਾ 50000 ਰੁਪਏ ਦਾ ਖਰਚਾ ਉਹਨੂੰ ਪਏਗਾ ਓਵਰਆਲ ਵੀ। ਪੂਰੇ 10 ਦਿਨਾਂ ਦੇ ਵਿੱਚ ਜਿਹੜੀ ਟ੍ਰੀਟਮੈਂਟ ਕੋਸਟ ਹੈ ਉਹ ਨਿਕਲ ਕੇ ਆਏਗੀ ਸਿਰਫ 4 ਤੋਂ 5000 ਰੁਪਏ ਦੀ। ਟੋਟਲ 55000 ਦਾ ਕਲੇਮ, ਜਿਹਦੇ ਚੋਂ 50000 ਰੁਪਏ ਤਾਂ ਸਿਰਫ ਕਮਰੇ ਦਾ ਕਿਰਾਇਆ ਹੀ ਹੈ। ਤੁਸੀਂ ਆਪ ਦੱਸੋ ਕਿ ਇਹ ਕਲੇਮ ਜੈਨੂਅਨ ਹੈਗਾ? ਹਾਂ, ਨਹੀਂ ਜੈਨੂਅਨ ਤਾਂ ਨਹੀਂ ਹੈਗਾ। ਮਤਲਬ ਹੁਣ ਸਾਡੇ ਕੋਲ ਪਾਲਿਸੀ ਹੈਗੀ ਹੈ ਔਰ ਅਸੀਂ ਇਹ ਸੋਚ ਕੇ ਚੱਲ ਰਹੇ ਹਾਂ ਵੀ ਇਹਦੇ ਵਿੱਚ ਕੋਵਿਡ ਕਵਰਡ ਹੈ। ਬਿਲਕੁਲ ਜੀ। ਤੁਸੀਂ ਕਹਿ ਰਹੇ ਹੋ ਕਵਰਡ ਹੈ। ਬਿਲਕੁਲ ਕਵਰਡ ਹੈ। ਬਟ ਉਹਦੀ ਕੰਡੀਸ਼ਨ ਇਹ ਹੈ ਵੀ ਮਾਈਲਡ ਜਾਂ ਅਸਿਮਟੋਮੈਟਿਕ ਟ੍ਰੀਟਮੈਂਟ ਜਿਹੜਾ ਹੈਗੇ ਨੇ ਕੋਵਿਡ, ਉਹ ਕਵਰਡ ਨਹੀਂ ਹੈ। ਮੈਂ ਸਰ ਹੁਣ ਇੱਕ ਗੱਲ ਕਹਾਂਗਾ, ਇਹਨੂੰ ਮਾਈਂਡ ਨਾ ਕਰਿਆ, ਹਾਂਜੀ, ਇਹਨੂੰ ਪ੍ਰੈਕਟੀਕਲੀ ਸੋਚਿਆ। ਇੰਸ਼ੋਰੈਂਸ ਪਾਲਿਸੀ ਹੋਣਾ, ਠੀਕ ਹੈ, ਦਾ ਮਤਲਬ ਇਹ ਨਹੀਂਗਾ ਕਿ ਆਪਾਂ ਉਹਨੂੰ ਮਿਸਯੂਜ਼ ਕਰੀਏ। ਇਹਦਾ ਮਤਲਬ ਇਹ ਨਹੀਂ ਹੁੰਦਾ ਜੀ ਕਿ ਕੁਛ ਵੀ ਹੋ ਗਿਆ ਆਪਾਂ ਹਸਪੀਟਲ ਚਲੇ ਗਏ ਤੇ ਆਪਣੀ ਉਮੀਦ ਹੋਵੇ ਕਿ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਪੇ ਕਰੇਗੀ। ਮੈਂ ਪ੍ਰੈਕਟੀਕਲੀ ਗੱਲ ਕਰਨਾ, ਜਿਹੜੀ ਇੰਸ਼ੋਰੈਂਸ ਆਪਾਂ ਹੈਲਥ ਇੰਸ਼ੋਰੈਂਸ ਕਰਵਾਈ ਤਾਂ ਇਸੇ ਵਾਸਤੇ ਹੀ ਹੈ ਨਾ ਸਰ। ਕਰਵਾਈ ਐਸੇ ਕਾਰਨ ਤੇ ਜਿਹੜੀ ਜੈਨੂਅਨ ਚੀਜ਼ਾਂ ਨੇ ਪੇ ਵੀ ਤਾਂ ਕਰ ਰਹੇ ਆ ਨਾ ਅਸੀਂ। ਅਗਰ ਕਿਸੇ ਕੇਸ ਦੇ ਵਿੱਚ ਕ੍ਰਿਟੀਕਲ ਸਿਚੁਏਸ਼ਨ ਹੋ ਰਹੀ ਹੈ ਤਾਂ ਕੰਪਨੀ ਉਹਨੂੰ ਪੇ ਵੀ ਤਾਂ ਕਰ ਰਹੀ ਹੈ। ਬਾਕੀ ਸਾਰੀਆਂ ਚੀਜ਼ਾਂ, ਹਾਂਜੀ, ਕੋਵਿਡ ਪੋਜ਼ਿਟਿਵ ਆ ਗਿਆ, ਟ੍ਰੀਟਮੈਂਟ ਇਹਦਾ ਆਪਾਂ ਦਵਾਈਆਂ ਦਵੂਈਆਂ ਕੁਝ ਤਾਂ ਲੈਂਦੇ ਹੀ ਪਏ ਆ ਨਾ ਆਪਾਂ, ਭਾਵੇਂ ਘਰ ਰਹੀਏ। ਤੇ ਇਹ ਨਹੀਂ, ਅਗਰ ਕੋਈ ਘਰ ਰਹਿ ਰਿਹਾ ਤੇ ਅਸੀਂ ਹੋਮ ਆਈਸੋਲੇਟ ਤਾਂ ਦੇ ਹੀ ਰਹੇ ਹਾਂ ਨਾ ਜੀ। ਜਿਵੇਂ ਤੁਸੀਂ ਪਿੱਛੇ ਕੁਐਸਚਨ ਕੀਤਾ ਸੀ ਕਿ ਹੋਮ ਆਈਸੋਲੇਸ਼ਨ ਜਾਂ ਹੋਮ ਕੇਅਰ ਟ੍ਰੀਟਮੈਂਟ ਜਿਹੜਾ ਹੈਗਾ ਕੀ ਇਹ ਪੇ ਕੀਤਾ ਜਾਏਗਾ? ਮੈਂ ਕਿਹਾ ਡੈਫੀਨੇਟਲੀ ਕੀਤਾ ਜਾਏਗਾ। ਓਕੇ। ਹੁਣ ਇੱਕ ਬੰਦੇ ਕੋਲ ਪਾਲਿਸੀ ਨਹੀਂ ਹੈਗੀ, ਠੀਕ ਹੈ ਜੀ, ਸੇਮ ਤੁਹਾਡੇ ਵਾਲੀ ਸਿਚੁਏਸ਼ਨ ਜਿਹੜੀ ਤੁਸੀਂ ਅਸਿਊਮ ਕਰਵਾ ਰਹੇ ਹੋ ਆਪਾਂ ਉਹ ਮੰਨ ਲੈਂਦੇ ਹਾਂ ਜੀ। ਤੁਸੀਂ ਦੱਸੋ ਕਿ ਉਹ ਐਡਮਿਟ ਹੋਏਗਾ ਹਸਪੀਟਲ ਜਾ ਕੇ? ਐਡਮਿਟ ਨਹੀਂ ਹੋਏਗਾ। ਜੋ ਅੱਜ ਦੀ ਸਿਚੁਏਸ਼ਨ ਹੈ, ਲੋਕਾਂ ਕੋਲੋਂ ਨਹੀਂ ਹੈਗੇ ਪੈਸੇ ਘਰ ਚਲਾਉਣ ਜੋਗੇ ਵੀ, ਤਾਂ ਉਹ ਹਸਪੀਟਲ ਨਾਲ ਕਿੱਥੋਂ ਦੇ ਦੇਣਗੇ? ਉੱਦਾਂ ਹੀ ਸੇਮ ਇੰਸ਼ੋਰੈਂਸ ਕੰਪਨੀਆਂ ਦਾ ਵੀ ਹੈ ਜੀ। ਇੰਸ਼ੋਰੈਂਸ ਕੰਪਨੀਆਂ ਕੋਈ ਚੈਰਿਟੀ ਨਹੀਂ ਕਰ ਰਹੀਆਂ। ਅੱਛਾ, ਇੰਸ਼ੋਰੈਂਸ ਕੰਪਨੀ ਨੂੰ ਵੀ ਛੱਡੋ, ਜਦੋਂ ਤੁਸੀਂ ਪਾਲਿਸੀ ਖਰੀਦਦੇ ਹੋ ਨਾ ਕਿਸੇ ਵੀ ਕੰਪਨੀ ਦੀ, ਤੇ ਤੁਸੀਂ ਇਹਨੂੰ ਕੋਵਿਡ ਨਾਲ ਨਾ ਜੋੜੋ। ਸਵਾਲ ਤੁਹਾਡਾ ਕੋਵਿਡ ਦਾ ਮੈਂ ਸਮਝ ਗਿਆ, ਪਰ ਇਸ ਸਿਚੁਏਸ਼ਨ ਨੂੰ ਤੁਸੀਂ ਕੋਵਿਡ ਨਾਲ ਨਾ ਜੋੜੋ। ਤੁਸੀਂ ਆਪਣੀ ਪਾਲਿਸੀ ਵਰਡਿੰਗ ਪੜ੍ਹ ਕੇ ਦੇਖੋ, IRD ਦੀ ਸਾਈਟ ਤੇ ਜਾ ਕੇ ਦੇਖੋ। IRD ਦਾ ਮਤਲਬ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ, ਜਿਹੜੀ ਕਿ ਪੂਰੀ ਇੰਸ਼ੋਰੈਂਸ ਕੰਪਨੀਆਂ ਨੂੰ ਡੀਲ ਕਰਦੀ ਹੈ, ਉਹਨਾਂ ਦੇ ਥਰੂ ਹੀ ਚੱਲਦੀਆਂ ਨੇ। ਉਹਨਾਂ ਦੀ ਪਹਿਲੀ ਕੰਡੀਸ਼ਨ ਹੀ ਇਹ ਲਿਖੀ ਹੁੰਦੀ ਹੈ ਕਿ ਰੀਜ਼ਨ ਆਫ ਐਡਮਿਸ਼ਨ ਕਲੀਅਰ ਹੋਣਾ ਜ਼ਰੂਰੀ ਹੈ। ਐਡਮਿਸ਼ਨ ਕਿਉਂ ਕਰਨੀ ਪਈ ਇਹਨੂੰ ਜਸਟੀਫਾਈ ਕਰਨਾ ਜ਼ਰੂਰੀ ਹੈ। ਅਗਰ ਏਦਾਂ ਹੀ ਇੰਸ਼ੋਰੈਂਸ ਕੰਪਨੀਆਂ ਕਲੇਮ ਦੇਣ ਲੱਗ ਗਈਆਂ ਜੀ ਬਿਨਾਂ ਕੁਛ ਸੋਚੇ ਸਮਝੇ, ਠੀਕ ਹੈ, ਤਾਂ ਇੰਸ਼ੋਰੈਂਸ ਕੰਪਨੀਆਂ ਸਰਵਾਈਵ ਕਿੱਥੋਂ ਕਰਨਗੀਆਂ? ਕਿਉਂਕਿ ਐਟ ਦ ਐਂਡ ਆਫ ਦਾ ਡੇ ਪ੍ਰੋਫਿਟ ਤੇ ਲੋਸ ਦੋਵੇਂ ਉਹਨਾਂ ਨੇ ਦੇਖਣਾ ਨਾ ਜੀ। ਅਗਰ ਉਹ ਏਦਾਂ ਹੀ ਦੇਣ ਲੱਗ ਗਈਆਂ, ਕੱਲ ਨੂੰ ਤੁਹਾਡਾ ਹੀ ਪ੍ਰੀਮੀਅਮ ਇਨਕਰੀਜ਼ ਹੋਏਗਾ।
ਇੱਕ ਵਾਰੀ ਫਿਰ ਜੋ ਮੈਂ ਸਮਝਿਆ ਹਾਂਜੀ ਕੋਵਿਡ ਨੂੰ ਲੈ ਕੇ, ਇੱਕ ਵਾਰੀ ਮੈਂ ਦੱਸਦਾ ਤੁਹਾਨੂੰ, ਤੁਸੀਂ ਇਹੀ ਮਤਲਬ ਮੈਂ ਠੀਕ ਸਮਝਿਆ ਕਿ ਨਹੀਂ? ਹਾਂਜੀ ਬੋਲੋ। ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ। ਜਿਵੇਂ ਤੁਸੀਂ ਦੱਸਿਆ ਕਿ ਮਾਈਲਡ ਸਿੰਪਟਮ ਹੋਣ, ਐਡਮਿਟ ਦੀ ਲੋੜ ਨਹੀਂ ਹੈ ਵੈਸੇ, ਹਨਾ, ਔਰ ਘਰ ਦੇ ਵਿੱਚ ਆਪਾਂ ਆਈਸੋਲੇਟ ਹੋ ਕੇ ਡਾਕਟਰ ਦੇ ਥਰੂ ਟ੍ਰੀਟਮੈਂਟ ਲੈ ਰਹੇ ਹਾਂ ਪ੍ਰੋਪਰ, ਬਿਲਕੁਲ ਜੀ, ਤੇ ਇਹ ਕਲੇਮ ਆਪਾਂ ਨੂੰ ਮਿਲੇਗਾ। ਬਿਲਕੁਲ ਮਿਲੇਗਾ, 101% ਮਿਲੇਗਾ ਜੀ। ਰੱਬ ਨਾ ਕਰੇ ਕੋਈ ਵਿਗੜ ਜਾਂਦੀ ਹੈ ਹਾਲਤ ਔਰ ਐਡਮਿਸ਼ਨ ਰਿਕੁਆਇਰਡ ਹੋ ਜਾਂਦੀ ਹੈ, ਤਾਂ ਫਿਰ ਉਹ ਉੱਥੇ ਹਸਪੀਟਲ ਦਾ ਉਹ ਵੀ ਕਲੇਮ ਮਿਲੇਗਾ। ਦੋਵੇਂ ਕਲੇਮ ਵੈਲਿਡ ਰਹਿਣਗੇ, ਬਿਲਕੁਲ ਜੀ। ਦੋਵੇਂ ਵੈਲਿਡ ਰਹਿਣਗੇ। ਤੇ ਜੇ ਆਪਾਂ ਡਾਕਟਰ ਦੇ ਥਰੂ ਟ੍ਰੀਟਮੈਂਟ ਨਹੀਂ ਲੈ ਰਹੇ ਕੋਵਿਡ ਦਾ, ਆਪ ਹੀ ਕੁਝ ਆਪਣੇ ਦੇਸੀ ਨੁਸਖੇ ਅਪਣਾ ਰਹੇ ਹੈ, ਤੇ ਉਹਦਾ ਕਲੇਮ ਨਹੀਂ ਮਿਲੇਗਾ। ਬਿਲਕੁਲ ਨਹੀਂ ਮਿਲੇਗਾ। ਇਸ ਤੋਂ ਇਲਾਵਾ ਵੀ ਕੁਝ ਤੁਸੀਂ ਮੈਨੂੰ ਗਾਈਡ ਕਰਨਾ ਚਾਹੋਗੇ ਕੋਵਿਡ ਦੇ ਰਿਲੇਟਿਡ? ਕਿਉਂਕਿ ਮੇਰਾ ਸਵਾਲ ਆਪਣੀ ਪਾਲਿਸੀ ਨੂੰ ਲੈ ਕੇ ਕੋਵਿਡ ਲਈ ਹੀ ਸੀ। ਬੇਸਿਕਲੀ ਇਹੀ ਚੀਜ਼ ਧਿਆਨ ਦੇਣ ਵਾਲੀ ਹੈ ਜੀ। ਮੈਂ ਤੁਹਾਨੂੰ ਵੀ ਇਹ ਕਹਾਂਗਾ ਐਜ਼ ਏ ਸਿਟੀਜ਼ਨ, ਠੀਕ ਹੈ, ਤੁਹਾਡੇ ਆਸ-ਪਾਸ ਜੋ ਵੀ ਤੁਸੀਂ ਦੇਖਦੇ ਪਏ ਹੋ, ਜੋ ਤੁਸੀਂ ਓਬਜ਼ਰਵ ਕਰਦੇ ਪਏ ਹੋ, ਚਾਹੇ ਕਿਸੇ ਕੋਲ ਪਾਲਿਸੀ ਹੈ ਜਾਂ ਨਹੀਂ ਹੈਗੀ, ਕਾਈਂਡਲੀ ਉਹਨਾਂ ਨੂੰ ਗਾਈਡਸ ਵਧੀਆ ਤਰੀਕੇ ਨਾਲ ਕਰੋ, ਠੀਕ ਹੈ। ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਭਰਮ ਹੈਗਾ ਕਿ ਬਈ ਸਾਡੇ ਕੋਲ ਪਾਲਿਸੀ ਹੈਗੀ ਹੈ, ਹੁਣ ਅਸੀਂ ਇਹਨੂੰ ਜਿਵੇਂ ਮਰਜ਼ੀ ਦੀ ਵਰਤੋਂ ਕਰੀਏ, ਠੀਕ ਹੈ, ਮਤਲਬ ਥੋੜੀ ਜਿਹੀ ਨਿੱਛ ਵੀ ਆ ਗਈ ਅਸੀਂ ਤਾਂ ਵੀ ਜਾ ਕੇ ਐਡਮਿਟ ਹੋ ਜਾਈਏ ਜੀ, ਠੀਕ ਹੈ। ਇਹ ਚੀਜ਼ ਨੂੰ ਏਦਾਂ ਨਾ ਵਰਤੋ, ਕੱਲ ਨੂੰ ਨੁਕਸਾਨ ਤੁਹਾਡਾ ਹੀ ਹੈ, ਉਸ ਕਸਟਮਰ ਦਾ ਹੀ ਹੈ। ਕਿਉਂ? ਕਈ ਵਾਰ ਹਸਪੀਟਲ ਵੀ, ਠੀਕ ਹੈ, ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ, ਮੈਂ ਤੁਹਾਨੂੰ ਇੱਕ ਕਿੱਸਾ ਸੁਣਾ ਦਿੰਦਾ, ਥੋੜੇ ਦਿਨ ਪਹਿਲਾਂ ਦਾ ਹੈਗਾ, ਥੋੜੇ ਦਿਨ ਪਹਿਲਾਂ। ਹਾਂ ਬੋਲੋ ਬੋਲੋ। ਇੱਕ ਚੀਜ਼ ਮੈਂ ਇਹਦੇ 'ਚ ਐਡ ਕਰਨਾ, ਜਿਵੇਂ ਦੇਖੋ ਤੁਸੀਂ ਦੱਸ ਰਹੇ ਹੋ ਨਾ ਗਾਈਡ ਜਾਂ ਕੁਝ, ਦੇਖੋ ਮੈਕਸੀਮਮ ਜਿਨ੍ਹਾਂ ਕੋਲ ਇੰਸ਼ੋਰੈਂਸ ਪਾਲਿਸੀ ਹੈ ਇਨਕਲੂਡਿੰਗ ਮੀ, ਅਸੀਂ ਤਾਂ ਇਹੀ ਸੋਚਦੇ ਹਾਂ ਵੀ ਪਾਲਿਸੀ ਸਾਡੇ ਕੋਲ ਹੈਗੀ ਹੈ, ਰੱਬ ਨਾ ਕਰੇ ਕਦੇ ਵੀ ਕੋਈ 19 ਮਾੜੀ ਮੋਟੀ ਹੋਈ, ਸਿੱਧਾ ਗਏ ਹਸਪਤਾਲ ਤੇ ਚਲੋ ਜੀ ਆਪਣਾ ਕੰਪਨੀ ਨੇ ਦੇ ਦੇਣਾ ਕਲੇਮ। ਏਦਾਂ ਸਾਰੇ ਮੈਕਸੀਮਮ ਤਾਂ ਇਹੀ ਸੋਚਦੇ ਆ ਨਾ। ਮੈਕਸੀਮਮ ਸੋਚਦੇ ਆਹੀ ਨੇ, ਦਿਖਾਇਆ ਵੀ ਇਹੀ ਜਾਂਦਾ ਜਿਸ ਟਾਈਮ ਪਾਲਿਸੀ ਕੋਈ ਵੇਚਦਾ ਹੈ ਜੀ, ਜਾਂ ਤੁਸੀਂ ਐਡਵਰਟਾਈਜ਼ਮੈਂਟ ਦੇਖੋਗੇ ਉਦੋਂ ਵੀ ਇਹੀ ਹੁੰਦਾ। ਬਟ ਜਦੋਂ ਤੁਸੀਂ ਪਾਲਿਸੀ ਦੀ ਟਰਮ ਐਂਡ ਕੰਡੀਸ਼ਨ ਨੂੰ ਪੜ੍ਹੋਗੇ ਨਾ, ਉਦੋਂ ਤੁਹਾਨੂੰ ਕਲੀਅਰ ਹੋ ਜਾਣਾ। ਇਸ ਲਈ ਜਦੋਂ ਵੀ ਕੋਈ ਵੀ ਚੀਜ਼ ਹੈ ਨਾ, ਹਮੇਸ਼ਾ ਆਪਾਂ ਉਹਦੀ ਟਰਮ ਐਂਡ ਕੰਡੀਸ਼ਨ ਨੂੰ ਪੜ੍ਹੀਏ, ਠੀਕ ਹੈ। ਇਹਦੇ ਉੱਤੇ ਨਾ ਕੈਸ਼ਲੈਸ ਦੇ ਉੱਤੇ ਰੀਸੈਂਟਲੀ ਇੱਕ ਮੈਂ ਵੀਡੀਓ ਅਪਲੋਡ ਕੀਤੀ ਹੈ YouTube ਦੇ ਉੱਤੇ, ਤੁਸੀਂ ਉਹਨੂੰ ਦੇਖ ਲਿਆ ਕਿ ਕੈਸ਼ਲੈਸ ਪਾਲਿਸੀਆਂ ਦਾ ਮਤਲਬ ਕੀ ਹੁੰਦਾ ਹੈ। ਉੱਥੇ ਤੁਹਾਨੂੰ ਉਹਦੇ ਤੇ ਉੱਤੇ ਪੂਰੀ ਕਲੈਰਿਟੀ ਮਿਲ ਜਾਏਗੀ। ਠੀਕ ਹੈ, ਮੈਂ ਉਹ ਵੀ ਦੇਖ ਲਵਾਂਗਾ। ਠੀਕ ਹੈ ਜੀ। ਮੈਂ ਤੁਹਾਨੂੰ ਫਿਰ ਇੱਕ ਵਾਰੀ ਕਹਿ ਨਾ, ਜਦੋਂ ਵੀ ਕੋਈ ਵੀ ਚੀਜ਼ ਆ ਉਹਦੀ ਟਰਮ ਐਂਡ ਕੰਡੀਸ਼ਨ ਨੂੰ ਜ਼ਰੂਰ ਦੇਖੋ ਕਿ ਉਹਦੇ 'ਚ ਮੈਂਸ਼ਨ ਕੀ ਕੀਤਾ ਗਿਆ। ਠੀਕ ਹੈ, ਠੀਕ ਹੈ, ਕਲੀਅਰ ਜੀ। ਹੋਰ ਕੋਈ ਕੁਐਸਚਨ ਤੁਹਾਡਾ? ਨਹੀਂ, ਇਹੀ ਸੀ ਮੇਨ, ਹੋ ਗਿਆ ਕਲੀਅਰ। ਠੀਕ ਹੈ ਸਰ, ਠੀਕ ਹੈ ਜੀ। ਰਾਈਟ ਹੈ, ਥੈਂਕ ਯੂ ਜੀ, ਥੈਂਕ ਯੂ। ਓਕੇ ਸਰ, ਓਕੇ।